ਅੱਜ ਅਸੀਂ ਬਹੁਪਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੋਲੀਨੋਮੀਅਲ ਵੀ ਆਖਿਆ ਜਾਂਦਾ ਹੈ। ਬਹੁਪਦ ਇੱਕ ਖਾਸ ਕਿਸਮ ਦਾ ਬੀਜਗਣਿਤਕ ਵਿਅੰਜਕ ਹੁੰਦਾ ਹੈ ਜਿਸ ਵਿੱਚ ਅਚਲ ਭਾਵ 1 2 3 4 ਆਦਿ, ਚਲ ਭਾਵ x y z ਆਦਿ, ਚਲ ਦੇ ਘਾਤ ਅੰਕ ਭਾਵ x ਦੀ ਘਾਤ 2 y ਦੀ ਘਾਤ 3 ਆਦਿ ਸ਼ਾਮਲ ਹੁੰਦੇ ਹਨ। ਚਲ ਅਤੇ ਅਚਲ ਆਪਸ ਵਿੱਚ ਜੋੜ ਘਟਾਓ ਅਤੇ ਗੁਣਾ ਦੇ ਨਾਲ ਜੁੜੇ ਹੋਏ ਹੁੰਦੇ ਹਨ। ਇਸ ਵਿੱਚ ਖਾਸ ਧਿਆਨਯੋਗ ਗੱਲ ਇਹ ਹੈ ਕਿ ਚਲ ਦੇ ਸਾਰੇ ਘਾਤ ਅੰਕ ਪੂਰਨ ਸੰਖਿਆਵਾਂ ਹੁੰਦੇ ਹਨ, ਭਾਵ ਘਾਤ ਅੰਕ ਰਿਣਾਤਮਕ ਜਾਂ ਭਿੰਨ ਰੂਪ ਵਿੱਚ ਨਹੀਂ ਹੁੰਦੇ। ਦੂਸਰੇ ਸ਼ਬਦਾਂ ਵਿੱਚ ਆਖੀਏ, ਉਹ ਬੀਜਗਣਿਤਕ ਵਿਅੰਜਕ ਜਿਨ੍ਹਾਂ ਦੇ ਚਲਾਂ ਦੇ ਘਾਤ ਅੰਕ ਪੂਰਨ ਸੰਖਿਆਵਾਂ ਭਾਵ 0 1 2 3 ਅਜਿਹੀਆਂ ਹੋਣ ਜੋ ਸਿਰਫ ਜੋੜ ਘਟਾਓ ਜਾਂ ਗੁਣਾ ਹੋ ਰਹੇ ਹੋਣ, ਉਹਨਾਂ ਨੂੰ ਬਹੁਪਦ ਆਖਦੇ ਹਨ। ਪਿਆਰੇ ਵਿਦਿਆਰਥੀਓ, ਅਸੀਂ ਬਹੁਪਦ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਇੱਕ ਐਕਟੀਵਿਟੀ ਦੇ ਰਾਹੀਂ ਵੱਖ-ਵੱਖ ਤਰ੍ਹਾਂ ਦੇ ਬਹੁਪਦ, ਇੱਕ ਪਦੀ ਬਹੁਪਦ, ਦੋ ਪਦੀ ਬਹੁਪਦ, ਤਿੰਨ ਪਦੀ ਬਹੁਪਦ, ਉਹਨਾਂ ਦੇ ਗੁਣਾਂਕ ਤੇ ਉਹਨਾਂ ਦੀਆਂ ਘਾਤਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜਗਰੂਪ ਜੀ ਇੱਕ ਬਲੌਕਸ ਦੀ ਗੇਮ ਖੇਡ ਲੈ ਕੇ ਆਏ ਨੇ ਜੀ, ਉਹ ਸਾਡੇ ਨਾਲ ਸਾਂਝੀ ਕਰਨਗੇ। ਸਰ ਦੱਸੋ ਜੀ ਕੀ ਹੈ ਇਹਦੇ ਬਾਰੇ। ਜੀ ਕਿਰਨ ਜੀ, ਇਸ ਜਗ੍ਹਾ ਆਪਾਂ ਦੇਖ ਰਹੇ ਹਾਂ ਮੇਰੇ ਕੋਲ ਕੁਝ ਬਲੌਕਸ ਰੱਖੇ ਹੋਏ ਨੇ, ਉਹਨਾਂ ਦੇ ਉੱਪਰ ਲਿਖਿਆ ਹੋਇਆ ਕੁਝ, ਇਹ ਸਾਰੇ ਦੇ ਸਾਰੇ ਮੇਰੇ ਕੋਲ ਇੱਕ ਬਹੁਪਦੀ ਦੀਆਂ ਉਦਾਹਰਨਾਂ ਨੇ। ਅੱਛਾ ਜੀ। ਤੇ ਜੇ ਆਪਾਂ ਦੇਖਦੇ ਹਾਂ, ਚਾਹੇ -x ਦੀ 3 ਆ, ਚਾਹੇ y ਦੀ 2 ਆ, ਚਾਹੇ 1 ਆ, ਇਹ ਸਾਰੇ ਦੇ ਸਾਰੇ ਬਹੁਪਦ ਬਣਦੇ ਨੇ ਜੀ। ਅੱਛਾ ਜੀ। ਕੀ ਇਹ ਜਿਹੜਾ ਤੁਸੀਂ ਇਕੱਲਾ ਇੱਕ ਲਿਖਿਆ ਇਸ ਨੂੰ ਵੀ ਅਸੀਂ ਬਹੁਪਦ ਕਹਿ ਸਕਦੇ ਹਾਂ? ਹਾਂ ਬਿਲਕੁਲ ਸਰ। ਇਹਦੇ ਵਿੱਚ ਜੇ ਅਸੀਂ ਇਹਦਾ ਸਾਈਡ ਘੁਮਾ ਕੇ ਦੇਖਦੇ ਹਾਂ ਤਾਂ ਇਹਦੇ ਵਿੱਚ ਇਹਦਾ ਰੂਪ ਪੂਰਾ ਹੁੰਦਾ। ਇਹ ਕਿਸੇ 1 ਅਤੇ ਨਾਲ x ਦੀ ਘਾਤ 0 ਜਾਂ y ਦੀ ਘਾਤ 0, ਭਾਵ ਇੱਥੇ ਅਚਲ ਜੋ ਹੈ ਸਾਡੇ ਕੋਲ ਉਸ ਦੀ ਘਾਤ 0 ਹੈ, 0 ਹੁੰਦੀ ਹੈ ਜੀ। ਠੀਕ ਹੈ ਜੀ, ਬਿਲਕੁਲ। ਉਵੇਂ ਹੀ ਬਾਕੀ ਸਾਡੇ ਕੋਲ ਜਿਵੇਂ ਘਟਾਓ ਦਾ ਇੱਕ, ਉਹਦੇ ਵਿੱਚ ਵੀ ਅਸੀਂ ਨਾਲ ਲਿਖਿਆ ਹੋਇਆ ਕਿ -x ਦੀ ਘਾਤ 0 ਜਾਂ y ਦੀ ਘਾਤ 0। ਅਸੀਂ ਇਸ ਨੂੰ ਜਾਨੀ ਦੂਜੇ ਰੂਪ ਦੇ ਵਿੱਚ ਇਸ ਢੰਗ ਨਾਲ ਵੀ ਦਰਸਾ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਤੇ ਇਸ ਜਗ੍ਹਾ ਹੁਣ ਆਪਾਂ ਦੇਖਦੇ ਹਾਂ, ਇਹ ਸਾਰੇ ਸਾਡੇ ਕੋਲ ਇੱਕ ਪਦੀ ਦੇ ਰੂਪ ਦੇ ਵਿੱਚ ਨੇ, ਕਿਉਂਕਿ ਆ ਵੀ ਇੱਕ ਪਦ ਆ, ਆ ਵੀ ਇੱਕ ਪਦ ਆ। ਹਰੇਕ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਮੇਨ। ਪਹਿਲੀ ਚੀਜ਼ ਹੁੰਦੀ ਹੈ ਉਹਦਾ ਗੁਣਾਂਕ ਜੀ, ਦੂਸਰੀ ਚੀਜ਼ ਹੁੰਦੀ ਹੈ ਘਾਤਾਂਕ ਜੀ। ਅਸੀਂ ਕਿਸੇ ਵੀ ਬਹੁਪਦ ਨੂੰ ਚੱਕੀਏ, ਜਿਵੇਂ ਫਰਜ਼ ਕਰੋ ਮੈਂ ਆ ਚੱਕ ਰਿਹਾ ਜੀ, ਇਹਦੇ ਵਿੱਚ ਦੇਖਦੇ ਹਾਂ ਕਿ x ਜੋ x ਦੇ ਉੱਪਰਲੇ ਪਾਸੇ ਹੋਏਗਾ ਘਾਤਾਂਕ ਜੀ, ਜੋ ਕਿ ਸਾਡਾ ਹੈਗਾ 3, ਭਾਵ ਚੱਲ ਦੀ ਸਾਡੇ ਕੋਲ ਘਾਤ ਹੈ 3, ਤੇ ਨਾਲ ਉਹਦੇ ਹੈ 2 ਇਸ ਅਚਲ ਨਾਲ ਗੁਣਾ ਹੋ ਰਿਹਾ ਹੈ। ਇਸ ਚੱਲ ਦੇ ਨਾਲ ਗੁਣਾ ਜੋ ਹੈ ਉਹ ਸਾਡਾ ਗੁਣਾਂਕ ਹੋ ਗਿਆ। तो इस समय गुणांक साडे को आ गया 2 ਤੇ ਘਾਤਾਂਕ ਹੋ ਗਿਆ ਸਾਡੇ ਕੋਲ 3। ਇਸ ਤਰ੍ਹਾਂ ਇੱਥੇ ਸਾਡੇ ਕੋਲ ਕੋਈ ਵੀ ਗੁਣਾਂਕ ਸਾਨੂੰ ਨਹੀਂ ਦਿਖ ਰਿਹਾ, ਤੇ ਇੱਥੇ ਸਾਡੇ ਕੋਲ ਗੁਣਾਂਕ ਕੀ ਹੋਏਗਾ ਸਰ? ਬਿਲਕੁਲ ਜੀ, ਜਦੋਂ ਕੋਈ ਗੁਣਾਂਕ ਨਹੀਂ ਦਿਖਦਾ ਪਿਆਰੇ ਬੱਚੇ, ਉਸ ਸਮੇਂ ਉਹਦਾ ਗੁਣਾਂਕ ਹੁੰਦਾ 1, ਪਰ ਨਾਲ ਘਟਾਓ ਦਾ ਨਿਸ਼ਾਨ ਆ, ਇਸ ਲਈ ਇੱਥੇ ਸਾਡੇ ਕੋਲ ਗੁਣਾਂਕ ਆ ਗਿਆ -1 ਜੀ। ਉਸੇ ਤਰੀਕੇ ਦੇ ਨਾਲ ਜੇ ਸਾਡੇ ਕੋਲ ਆ ਹੈ, ਇਹਦੇ ਵਿੱਚ ਕੁਝ ਨਹੀਂ ਹੈ, ਤਾਂ ਇੱਥੇ ਸਾਡੇ ਕੋਲ ਜਮਾ ਦਾ ਇੱਕ ਸਾਡਾ ਗੁਣਾਂਕ ਸਾਡੇ ਕੋਲ ਜਮਾ ਦਾ 1 ਹੋ ਗਿਆ, ਤੇ ਇਸ ਦੀ ਘਾਤ ਸਾਡੇ ਕੋਲ 2 ਹੋ ਗਈ। ਕੀ ਅਸੀਂ ਇਹਨਾਂ ਪਦਾਂ ਨੂੰ ਵਰਤਦੇ ਹੋਏ ਇੱਕ ਪਦੀ ਤੋਂ ਦੋ ਪਦੀ ਜਾਂ ਤਿੰਨ ਪਦੀ ਜਾਂ ਚਾਰ ਪਦੀ ਇਹਨਾਂ ਦਾ ਬਣਾ ਸਕਦੇ ਹਾਂ ਜੀ? ਬਿਲਕੁਲ ਜੀ। ਆਓ ਆਪਾਂ ਖੇਡੀਏ ਥੋੜਾ ਜਿਹਾ ਕਿ ਇਹ ਸਾਰੇ ਇੱਕ ਪਦ ਨੇ, ਜੇ ਕਿਤੇ ਵੀ ਆਪਾਂ ਇਹਨਾਂ ਨੂੰ ਜੋੜਦੇ ਹਾਂ ਤਾਂ ਦੋ ਪਦੀ ਬਣ ਜਾਣਗੇ। ਤੇ ਤੁਸੀਂ ਥੋੜੀ ਜਿਹੀ ਮੇਰੇ ਨਾਲ ਹੈਲਪ ਕਰੋ ਜੀ ਸਰ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਕਿਹਨੂੰ ਜੋੜ ਸਕਦੇ ਹੋ। ਸਰ ਜੇ ਆਪਾਂ ਇਹਨਾਂ ਨੂੰ ਜੋੜ ਲਈਏ ਤਾਂ ਪਲੀਜ਼ ਇੱਥੇ ਰੱਖ ਕੇ ਜੋੜ ਲਈਏ। ਧਿਆਨ ਦਿਓ ਇਸ ਜਗ੍ਹਾ ਦੇ ਉੱਤੇ ਇਹ ਵੀ ਇੱਕ x ਦੀ ਘਾਤ 0, ਇੱਥੇ ਵੀ x ਦੀ ਘਾਤ 0 ਆ, ਇਹ ਦੋਨੋਂ ਨੇ ਸੇਮ ਨੇ, ਤਾਂ ਜੇ ਜੁੜ ਵੀ ਜਾਣਗੇ ਤਾਂ ਫਿਰ ਇੱਕ ਵਿਅੰਜਕ ਬਣ ਜਾਏਗਾ, ਇੱਕ ਪਦੀ ਹੀ ਰਹੇਗਾ। ਓਕੇ। ਪਰੰਤੂ ਜੇ ਕਿਸੇ ਹੋਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਬਣ ਜਾਏਗਾ। ਲੈਟਸ ਸਪੋਜ਼ ਆਹ ਦੇਖਦੇ ਹਾਂ, ਇਹ ਦੋਨੋਂ ਜੁੜ ਰਹੇ ਨੇ 2x ਦੀ ਘਾਤ 3 ਅਤੇ 1। ਇਸ ਸਮੇਂ ਇਹ ਦੋ ਪਦੀ ਹੋਗੀ, ਜਿਹਦਾ ਪਹਿਲਾ ਪਦ ਆ ਗਿਆ ਸਾਡੇ ਕੋਲ 2x ਦੀ ਘਾਤ 3 ਅਤੇ ਦੂਸਰਾ ਪਦ ਆ ਗਿਆ ਸਾਡੇ ਕੋਲ 1। ਇਹ ਸਾਡੇ ਕੋਲ ਦੋ ਪਦੀ ਵਿਅੰਜਕ ਬਹੁਪਦ ਹੋ ਗਿਆ। ਬਿਲਕੁਲ ਜੀ, ਠੀਕ ਹੈ ਜੀ। ਤੇ ਉਸੇ ਤਰੀਕੇ ਨਾਲ ਕੋਈ ਵੀ ਹੋਰ ਤੁਸੀਂ ਲੈ ਕੇ ਜੋੜ ਸਕਦੇ ਹੋ। ਤਿੰਨ ਪਦੀ ਕੋਈ ਬਣਾ ਸਕਦੇ ਹੋ ਜੀ। ਕੋਈ ਇਸ ਤਰੀਕੇ ਦੇ ਨਾਲ ਸਾਡੇ ਕੋਲ ਤਿੰਨ ਪਦੀ ਬਹੁਪਦ ਬਣ ਗਿਆ ਜੀ। ਇਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਹੋਰ ਅੱਗੇ ਵੀ
ਵਧਾ ਸਕਦੇ ਹਾਂ। ਵਧਾ ਸਕਦੇ ਹਾਂ। ਪਿਆਰੇ ਬੱਚਿਓ, ਜਿਵੇਂ ਮਰਜ਼ੀ ਜਿਹੜੇ ਮਰਜ਼ੀ ਵਿਅੰਜਕ ਅਸੀਂ ਇਹਦੇ ਵਿੱਚ ਲਗਾ ਕੇ ਹੋਰ ਵੱਡਾ ਵਿਅੰਜਕ ਵੱਧ ਪਦੀਆਂ ਦਾ ਦਿਖਾ ਸਕਦੇ ਹਾਂ। ਉਵੇਂ ਇਹ ਵੀ ਜੋੜ ਸਕਦੇ ਹਾਂ। ਲੈਟਸ ਸਪੋਜ਼ ਸਾਡੇ ਕੋਲ ਇਹ ਇਸ ਸਮੇਂ 4 ਪਦੀ ਬਹੁਪਦ। ਠੀਕ ਹੈ ਜੀ। ਜੇ ਅਸੀਂ ਇਕੱਲੇ ਇਕੱਲੇ ਪਦ ਬਾਰੇ ਜਾਣਕਾਰੀ ਦੇਖਦੇ ਹਾਂ ਤਾਂ ਇਹ ਸਾਡਾ ਪਹਿਲਾ ਪਦ ਜਿਸ ਦੀ ਘਾਤ ਕਿੰਨੀ ਆ 3 ਅਤੇ ਜੀ। ਗੁਣਾਂਕ ਹੈਗਾ 2। ਦੂਸਰਾ ਹੈਗਾ ਦੂਸਰਾ ਪਦ, ਉਹਦੇ ਵਿੱਚ ਘਾਤ ਅੰਕ ਹੈ 2 ਅਤੇ ਗੁਣਾਂਕ ਹੈ 1। ਉਵੇਂ ਤੀਸਰਾ ਦੇਖ ਰਹੇ ਹਾਂ, ਇਹਦੇ ਵਿੱਚ ਗੁਣਾਂਕ 3 ਹੈ ਜੀ ਤੇ ਘਾਤ ਅੰਕ ਸਾਡੇ ਕੋਲ ਬਿਲਕੁਲ ਵੀ ਸਹੀ 1 ਹੈ। ਬਿਲਕੁਲ ਸਹੀ 1 ਹੈ ਜੀ। ਤੇ ਉਵੇਂ ਚੌਥਾ ਪਦ ਹੈ ਜੀ, ਇੱਥੇ ਸਾਡੇ ਕੋਲ ਘਾਤ ਅੰਕ 0 0 ਹੈ। ਇਸ ਬਹੁਪਦ ਦੀ ਜਿਹੜੀ ਹੈਗੀ ਆ ਘਾਤ ਦੀ ਆਪਾਂ ਗੱਲ ਕਰੀਏ ਤਾਂ ਇਹਦੀ ਘਾਤ ਕਿੰਨੀ ਹੋਏਗੀ ਜੀ? ਦੇਖੋ ਇਹਨਾਂ ਵਿੱਚੋਂ ਜੀ ਸਾਰੇ ਜੇ ਆਪਾਂ ਲੈਨੇ ਆ ਤਾਂ ਸਾਰੇ ਦੇ ਸਾਰੇ ਬਹੁਪਦਾਂ ਵਿੱਚੋਂ ਸਭ ਤੋਂ ਵੱਡੀ ਘਾਤ ਹੁੰਦੀ ਹੈ ਜੋ ਉਹ ਚੱਲ ਦੀ ਸਭ ਤੋਂ ਵੱਡੀ ਘਾਤ। ਹਾਂਜੀ, ਉਹਨੂੰ ਡਿਗਰੀ ਵੀ ਕਹਿੰਦੇ ਆ ਅਸੀਂ ਜੀ। ਤੇ ਦੇਖ ਸਕਦੇ ਇਹਦੀ 0 ਆ, ਇਹਦੀ ਘਾਤ ਅੰਕ ਹੈਗਾ 1, ਇਹਦਾ ਘਾਤ ਅੰਕ ਹੈ 2, ਇਹਦਾ 3 ਤੇ ਸਾਡੀ ਡਿਗਰੀ ਇਸ ਜਗ੍ਹਾ ਬਹੁਪਦ ਦੀ ਹੈਗੀ 3। ਭਾਵ ਇਸ ਬਹੁਪਦ ਦੀ ਵੱਡੀ ਤੋਂ ਵੱਡੀ ਘਾਤ ਨੂੰ ਅਸੀਂ ਇਸ ਬਹੁਪਦ ਦੀ ਘਾਤ ਆਖਾਂਗੇ, ਬਿਲਕੁਲ ਜੋ ਕਿ 3 ਹੈ। ਇਸ ਬਹੁਪਦ ਦੀ ਘਾਤ ਸਾਡੇ ਕੋਲ 3 ਹੋਏਗੀ। ਬਿਲਕੁਲ। ਤੇ ਆਓ ਅਸੀਂ ਬਾਕੀ ਹੋਰ ਵੀ ਬਣਾ ਸਕਦੇ ਹਾਂ ਇਸੇ ਤਰੀਕੇ ਨਾਲ। ਕੀ ਤੁਸੀਂ ਹੋਰ ਕੋਈ ਬਣਾਉਣਾ ਚਾਹੋਗੇ ਜੀ? ਜੀ ਸਰ, ਜ਼ਰੂਰ। ਬਿਲਕੁਲ ਜੀ। ਜਾਂ ਇੱਥੇ ਹੀ ਆਪਾਂ ਰੱਖ ਲਈਏ ਇਸ ਨੂੰ। ਹਾਂ, ਇਹ ਵੀ ਸਾਡੇ ਕੋਲ ਬਹੁਪਦ ਬਣ ਗਈ ਜੀ। ਤੇ ਇਹਦੇ ਵਿੱਚ ਵੀ ਕਿੰਨੇ ਪਦ ਨੇ ਜੀ? 1 2 ਅਤੇ 3। ਇਹ ਸਾਡੀ 3 ਪਦੀ ਬਣ ਗਈ ਜੀ। ਜੀ ਠੀਕ ਹੈ ਜੀ। ਤੇ ਜੇ ਅਸੀਂ ਗੱਲ ਕਰਦੇ ਹਾਂ ਇੱਕ ਸਮੇਂ ਜੇ y ਵੀ ਹੈ ਸਾਡੇ ਕੋਲ, ਜੀ। ਜੇ ਇਸ ਨੂੰ ਇਹਦੇ ਨਾਲ ਜੋੜ ਦਿੰਦੇ ਆ ਤਾਂ ਇਸ ਜਗ੍ਹਾ ਦੇ ਉੱਤੇ ਸਾਡੇ ਕੋਲ ਪਦਾਂ ਦੀ ਗਿਣਤੀ ਜੋ ਆ ਉਹ 2 ਆ, 2 ਪਦੀ ਆ, ਪਰੰਤੂ ਜਿਹੜੇ ਸਾਡੇ ਕੋਲ ਚੱਲ ਨੇ ਉਹਨਾਂ ਦੀ ਉਹ ਗਿਣਤੀ ਵੀ ਵੱਧ ਵੱਖਰੇ ਜਾਂਦੀ ਹੈ। ਵੱਖਰੇ ਨੇ। ਠੀਕ ਹੈ ਜੀ। ਇਸ ਜਗ੍ਹਾ ਤੇ ਫਿਰ 2 ਚਾਲਾਂ ਵਾਲੀ ਤੇ 2 ਪਦੀ ਬਣ ਚੁੱਕਿਆ ਜੀ। ਪਰ ਠੀਕ ਹੈ ਆਪਾਂ ਜੀ। ਇਸ ਜਗ੍ਹਾ ਦੇ ਉੱਤੇ ਜ਼ਿਆਦਾ ਵਰਕ ਕਰਾਂਗੇ ਕਿਹਦੇ ਉੱਤੇ? ਜਿਹੜਾ ਸਾਡੇ ਕੋਲ ਇੱਕ ਚੱਲ ਵਾਲਾ ਇੱਕ ਹੋਏਗਾ। ਚੱਲ ਵਾਲਾ। ਇੱਥੇ ਸਾਡੇ ਕੋਲ ਚੱਲਾਂ ਦੀ ਜਿਹੜੀ ਹੈਗੀ ਆ ਵਖਰੇਵਾਂ 2 ਤਰ੍ਹਾਂ ਦਾ ਹੋ ਗਿਆ, ਇੱਥੇ ਇੱਕ ਤਰ੍ਹਾਂ ਦੇ ਹਨ। ਬਿਲਕੁਲ। ਤੇ ਇਸ ਤਰ੍ਹਾਂ ਸਾਡੇ ਕੋਲ ਇਸ ਬਹੁਪਦ ਦੀ ਘਾਤ 2 ਅਤੇ ਇਹਨਾਂ ਦੇ ਪਦਾਂ ਦੀ ਗਿਣਤੀ ਸਾਡੇ ਕੋਲ 3 ਹੋ ਗਈ। 3 ਹੋ ਗਈ। ਅੱਜ ਅਸੀਂ ਬਹੁਪਦ ਦੇ ਸਿਫਰ ਜਾਂ ਮੂਲ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਬਹੁਪਦ ਦਾ ਸਿਫਰ ਜਾਂ ਮੂਲ ਉਹ ਸੰਖਿਆ ਹੁੰਦੀ ਹੈ ਜਿਸ ਨੂੰ ਬਹੁਪਦ ਵਿੱਚ ਭਰਨ ਤੇ ਕੁੱਲ ਸੰਖਿਆ ਜਾਂ ਕੁੱਲ ਮੁੱਲ 0 ਪ੍ਰਾਪਤ ਹੁੰਦਾ ਹੈ, ਉਸ ਨੂੰ ਬਹੁਪਦ ਦੀ ਸਿਫਰ ਆਖਦੇ ਹਾਂ। ਉਦਾਹਰਨ ਦੇ ਤੌਰ ਤੇ ਅਸੀਂ ਵੇਖ ਰਹੇ ਹਾਂ ਸਾਡੇ ਕੋਲ ਇੱਕ ਬਹੁਪਦ px ਬਰਾਬਰ ਹੈ x ਦੀ ਘਾਤ 2 ਮਾਈਨਸ 5x ਜਮਾ 6 ਹੈ। ਜੇਕਰ ਇਸ ਵਿੱਚ ਕੋਈ ਸੰਖਿਆ ਜਿਵੇਂ ਕਿ 3 ਭਰੀਏ, x ਦੀ ਜਗ੍ਹਾ ਤੇ 3 ਦੀ ਘਾਤ 2 ਮਾਈਨਸ 5 ਗੁਣਾ 3 ਜਮਾ 6 ਭਰਨ ਤੇ 3 ਦੀ ਘਾਤ 2 9 5 ਗੁਣਾ 3 15 ਅਤੇ 6। ਹੁਣ ਇਹਨਾਂ ਨੂੰ ਜੋੜ ਕਰਦੇ ਹਾਂ। 9 ਜਮਾ 6 15 ਅਤੇ 15 ਘਟਾਓ 15 ਬਰਾਬਰ 0। ਤੁਸੀਂ ਦੇਖਿਆ ਕਿ ਇਸ ਬਹੁਪਦ ਦੇ ਵਿੱਚ 3 ਭਰਨ ਤੇ ਸਾਡੇ ਕੋਲ 0 ਪ੍ਰਾਪਤ ਹੋਇਆ। ਇਸ ਲਈ ਅਸੀਂ ਕਹਿ ਸਕਦੇ ਹਾਂ x ਬਰਾਬਰ 3 ਬਹੁਪਦ px ਬਰਾਬਰ x ਦੀ ਘਾਤ 2 ਘਟਾਓ 5x ਜਮਾ 6 ਦਾ ਮੂਲ ਹੈ, ਜਿਸ ਨੂੰ ਅਸੀਂ ਸਿਫਰ ਵੀ ਆਖ ਸਕਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਇਸ ਬਹੁਪਦ ਦੀਆਂ ਹੋਰ ਕਿੰਨੀਆਂ ਸਿਫਰਾਂ ਹੋਣਗੀਆਂ? ਜੇਕਰ ਨਹੀਂ ਤਾਂ ਆਓ ਵੇਖੀਏ। ਸਾਡੇ ਕੋਲ ਇਹ ਬਹੁਪਦ ਸੀ x ਦੀ ਘਾਤ 2 ਘਟਾਓ 5x ਜਮਾ 6x। ਇਸ ਬਹੁਪਦ ਦਾ ਘਾਤ ਅੰਕ ਵੇਖੀਏ। ਇਸ ਦੀ ਸਭ ਤੋਂ ਵੱਡੀ ਘਾਤ 2 ਹੈ। ਸੋ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਸ ਬਹੁਪਦ ਦੀਆਂ 2 ਸਿਫਰਾਂ ਹੋਣਗੀਆਂ। ਐਵੇਂ ਇੱਕ ਹੋਰ ਉਦਾਹਰਨ ਲੈਂਦੇ ਹਾਂ। qx ਬਰਾਬਰ 3x ਦੀ ਘਾਤ 3 ਜਮਾ
2x ਘਟਾਓ 3। ਇਸ ਵਿੱਚ ਅਸੀਂ ਵੇਖ ਰਹੇ ਹਾਂ ਕਿ ਸਭ ਤੋਂ ਵੱਡੀ ਘਾਤ ਭਾਵ ਇਸ ਬਹੁਪਦ ਦੀ ਘਾਤ 3 ਹੈ, ਸੋ ਇਸ ਬਹੁਪਦ ਦੇ 3 ਸਿਫਰਾਂ ਹੋਣਗੀਆਂ। ਹੁਣ ਅਸੀਂ ਬਹੁਪਦ ਸਮੀਕਰਨ ਬਾਰੇ ਵੇਖਾਂਗੇ। ਜੇਕਰ ਕਿਸੇ ਬਹੁਪਦ ਨੂੰ 0 ਦੇ ਬਰਾਬਰ ਰੱਖਿਆ ਜਾਵੇ ਤਾਂ ਇਹ ਬਹੁਪਦ ਸਮੀਕਰਨ ਬਣ ਜਾਂਦਾ ਹੈ। ਜਿਵੇਂ ਸਾਡੇ ਕੋਲ ਬਹੁਪਦ ਸੀ x ਦੀ ਘਾਤ 2 ਘਟਾਓ 5x ਜਮਾ 6। ਜਦੋਂ ਇਸ ਨੂੰ 0 ਦੇ ਬਰਾਬਰ ਰੱਖੀਏ ਤਾਂ ਹੁਣ ਇਸ ਨੂੰ ਬਹੁਪਦ ਸਮੀਕਰਨ ਆਖਾਂਗੇ। ਬਹੁਪਦ ਦਾ ਮੂਲ ਪਤਾ ਕਰਨਾ ਕਿ ਸਾਡੇ ਕੋਲ ਇੱਕ ਬਹੁਪਦ ਹੈ px ਬਰਾਬਰ x ਘਟਾਓ 1। ਸਭ ਤੋਂ ਪਹਿਲਾਂ ਅਸੀਂ ਇਸ ਨੂੰ ਸਮੀਕਰਨ ਰੂਪ ਵਿੱਚ ਲਿਖਾਂਗੇ, ਭਾਵ px ਨੂੰ 0 ਦੇ ਬਰਾਬਰ ਰੱਖਾਂਗੇ ਤਾਂ ਸਾਡੇ ਕੋਲ ਪ੍ਰਾਪਤ ਹੁੰਦੀ ਹੈ ਸਮੀਕਰਨ x ਘਟਾਓ 1 ਬਰਾਬਰ 0। ਇਸ ਸਮੀਕਰਨ ਨੂੰ ਹੱਲ ਕਰਨ ਤੇ ਸਾਡੇ ਕੋਲ ਪ੍ਰਾਪਤ ਹੁੰਦਾ ਹੈ x ਬਰਾਬਰ 1, ਜੋ ਕਿ ਇਸ ਸਮੀਕਰਨ ਦਾ ਮੂਲ ਹੈ, ਭਾਵ ਇਹ ਬਹੁਪਦ ਦਾ ਵੀ ਮੂਲ ਹੋਵੇਗਾ। ਹੁਣ ਅਸੀਂ ਬਾਕੀ ਥਿਉਰਮ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਦੋ ਸੰਖਿਆਵਾਂ ਲਈਏ 15 ਅਤੇ 6। 15 ਨੂੰ 6 ਤੇ ਭਾਗ ਕਰਨ ਤੇ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਭਾਗਫਲ 2 ਅਤੇ ਬਾਕੀ 3 ਬਚਦਾ ਹੈ। ਇਸ ਨੂੰ ਅਸੀਂ ਲਿਖ ਸਕਦੇ ਹਾਂ 15 ਬਰਾਬਰ 6 ਗੁਣਾ 2 ਜਮਾ 3, ਭਾਵ ਭਾਜ ਬਰਾਬਰ ਹੁੰਦਾ ਹੈ ਭਾਜਕ ਗੁਣਾ ਭਾਗਫਲ ਜਮਾ ਬਾਕੀ। ਇਸੇ ਤਰ੍ਹਾਂ ਜੇਕਰ ਦੋ ਬਹੁਪਦ ਲਈਏ, ਜਿਵੇਂ px ਬਰਾਬਰ ਹੈ 3x ਦੀ ਘਾਤ 2 ਜਮਾ x ਘਟਾਓ 1 ਅਤੇ ਦੂਸਰਾ ਬਹੁਪਦ gx ਬਰਾਬਰ x ਜਮਾ 1। ਆਓ ਹੁਣ px ਨੂੰ gx ਨਾਲ ਭਾਗ ਕਰੀਏ। ਸਭ ਤੋਂ ਪਹਿਲਾਂ ਅਸੀਂ 3x ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਆਏਗਾ 3x ਦੀ ਘਾਤ 2 ਜਮਾ 3x ਘਟਾਉਣ ਤੇ 2x ਅਤੇ -1। ਫਿਰ ਹੁਣ 2 ਤੇ ਜਾਏਗਾ ਤਾਂ ਸਾਡੇ ਕੋਲ ਅਸੀਂ ਵੇਖਦੇ ਹਾਂ ਘਟਾਉਣ ਤੇ 1 ਬਾਕੀ ਬਚਦਾ ਹੈ। ਇਸ ਜਗ੍ਹਾ ਅਸੀਂ ਵੇਖਿਆ ਕਿ ਭਾਗਫਲ ਬਰਾਬਰ 3x ਘਟਾਓ 2 ਆਇਆ ਅਤੇ ਬਾਕੀ 1 ਆਇਆ, ਤਾਂ ਇਸ ਨੂੰ ਵੀ ਅਸੀਂ ਲਿਖ ਸਕਦੇ ਹਾਂ 3x ਦੀ ਘਾਤ 2 ਜਮਾ x ਘਟਾਓ 1 ਬਰਾਬਰ x ਜਮਾ 1, ਜੋ ਕਿ ਸਾਡਾ ਭਾਜਕ ਸੀ, ਗੁਣਾ x 3x ਘਟਾਓ 2 ਜੋ ਸਾਡਾ ਭਾਗਫਲ ਹੈ ਜਮਾ 1 ਜੋ ਸਾਡਾ ਬਾਕੀ ਹੈ, ਭਾਵ ਭਾਜ ਬਰਾਬਰ ਭਾਜਕ ਗੁਣਾ ਭਾਗਫਲ ਜਮਾ ਬਾਕੀ। ਪਰੰਤੂ ਸਾਨੂੰ ਪਤਾ ਹੈ ਜੇਕਰ ਬਾਕੀ ਬਚਿਆ 0 ਆਵੇ ਤਾਂ ਭਾਜ ਬਰਾਬਰ ਆਏਗਾ ਭਾਜਕ ਗੁਣਾ ਭਾਗਫਲ, ਭਾਵ ਭਾਜਕ ਅਤੇ ਭਾਗਫਲ ਭਾਜ ਦੇ ਗੁਣਨਖੰਡ ਹੋਣਗੇ। ਪਰੰਤੂ ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਕਿ ਬਾਕੀ ਥਿਉਰਮ ਜੋ ਕਿ ਸਮਝਾ ਰਹੀ ਹੈ ਭਾਜਕ ਦੇ ਮੂਲ ਨੂੰ ਜੇਕਰ ਭਾਜ ਬਹੁਪਦ ਵਿੱਚ ਭਰੀਏ ਤਾਂ ਜੋ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਬਾਕੀ ਹੁੰਦਾ ਹੈ। ਆਓ ਹੁਣ ਅਸੀਂ ਇਹਨੂੰ ਹੱਲ ਕਰਕੇ ਵੇਖੀਏ। ਜਿਵੇਂ ਉਪਰੋਕਤ ਉਦਾਹਰਣ ਵਿੱਚ ਅਸੀਂ ਵੇਖਦੇ ਹਾਂ ਸਾਡੇ ਕੋਲ ਭਾਜਕ
x जमा 1 सी। इस दा मूल जेकर पता करिए तो वह x बराबर -1 आवेगा। जेकर इस मूल नूं भाज विच भरीए भाव x की कीमत -1 भाव जो साडा भाज सी 3x की घात 2 जमा x घटाओ 1 विच भरीए तो साडे को प्राप्त हुंदा है 3 घटाओ 1 की घात 2 जमा ब्रैकेट घटाओ 1 घटाओ 1। हल करन ते असीं वेखदे हां साडे कोल 1 बाकी बचदा है, जिन्हें उपरोक्त विधि नाल असीं वेखिया साडे कोल उत्थे भी 1 बचिया सी अते इत्थे भी बाकी 1 बचदा है। परंतु जेकर बाकी 0 प्राप्त हुंदा तां भाजक भागफल दा गुणन खंड होना सी। आओ एक होर उदाहरण देखिए। असीं एक बहुपद लिया है जिसनूं px ना लिखा है px बराबर x की घात 2 जमा 5x जमा 6। जो भाजक बहुपद लिया है वो है gx बराबर x जमा 3। सब तो पहला भाजक दा मूल प्राप्त करिए तो साडे कोल यह आंदा है x बराबर -3। हुण इस नूं असीं भाज वाले बहुपद विच भरांगे, भाव px विच भरांगे तो साडे कोल देखते हैं की बनता है -3 की घात 2 जमा 5 -3 जमा 6। हल करन ते साडे कोल 0 प्राप्त हुंदा है, भाव जो -3 है वह इस बहुपद दा मूल है अते x जमा 3 px दा गुणनखंड है। प्यारे विद्यार्थियों, इसी तरह होर भी बहुत विधियां ने जिस नाल असीं ये पता कर सकते हैं कि कोई भी बहुपद दूसरे बहुपद का गुणनखंड है या नहीं, या बाकी पता कर सकते हैं। आओ एक होर विधि नाल असीं ये सीखते हैं। हॉर्न्स विधि जो कि विलियम जॉर्ज हॉर्न्स ने सानू दिती सी। इस विधि विच इसे तरीके नाल दो बहुपद लवांगे। जिवें पहला बहुपद लिया है fx बराबर 2x की घात 3 घटाओ 6x की घात 2 जमा 2x घटाओ 1 अते दूसरा बहुपद gx बराबर x घटाओ 3। इस विच भाजक साडे कोल x घटाओ 3 है, भाव gx है। सब तो पहला भाजक दा मूल पता करिए जो कि सानू मिलिया x बराबर 3। इस विधि लई सब तो पहला जो साडे कोल भाज है उस दे गुणांक जो हन उन्होंने लिखो। x की घात 3 का गुणांक 2, x की घात 2 का गुणांक -6, x की घात 1 का गुणांक 2, x की घात 0 का गुणांक भाव जो साडी कांस्टेंट टर्म है -1 ते इस जगह असीं लिखांगे 3। सब तो पहला 2 आएगा। हुण 3 गुणा 2 6, ऊपर -6 है नीचे 6, इस जगह जोड़ करते हैं आया साडे कोल 0। उवें ही 3 गुणा 0 बराबर 0। फिर जोड़ करन ते 2 जमा 0 बराबर 2। फिर गुणा करते हैं 3 गुणा 2 बराबर 6। इस जगह फिर जोड़ करांगे -1 जमा 6 बराबर 5, जो कि साडी
ਬਾਕੀ ਸੰਖਿਆ ਹੈ ਅਤੇ ਸਾਡਾ ਭਾਗਫਲ ਆਇਆ ਹੈ 2 x ਦੀ ਘਾਤ 2 ਜਮਾ 0 x ਜਮਾ 2। क्योंकि असी x की घात 3 वाले बहुपद दी भाग x की घात 1 वाले बहुपद नाल भाग 3 घाती बहुपद दी 1 घाती बहुपद नाल भाग कीती है, इसलिए साडे कोल 2 घाती बहुपद प्राप्त हुंदा है। इसे तरीके नाल एक होर उदाहरण लेने हां, जिवें fx बराबर x की घात 3 जमा 2x जमा 5 ਅਤੇ ਭਾਜਕ ਲਿਆ ਹੈ x ਘਟਾਓ 1। ਤਾਂ ਸਭ ਤੋਂ ਪਹਿਲਾਂ ਭਾਜਕ ਦੇ ਮੂਲ ਪਤਾ ਕਰਦੇ ਹਾਂ ਜੋ ਕਿ ਆਇਆ ਹੈ x ਬਰਾबर 1। ਹੁਣ ਅਸੀਂ ਸਾਰੇ ਗੁਣਾਂਕ ਲਿਖਾਂਗੇ ਜੋ ਕਿ ਭਾਜਦੇ ਹਨ, ਪਰੰਤੂ ਅਸੀਂ ਵੇਖਦੇ ਹਾਂ ਇਸ ਜਗ੍ਹਾ x ਦੀ ਘਾਤ 3 ਤੋਂ ਬਾਅਦ x ਦੀ ਘਾਤ 1 ਵਾਲਾ ਪਦ ਹੈ, ਭਾਵ x ਦੀ ਘਾਤ 2 ਵਾਲਾ ਪਦ ਨਹੀਂ ਹੈ, ਇਸ ਲਈ ਉਸ ਨੂੰ ਅਸੀਂ 0 ਗੁਣਾਂਕ ਨਾਲ ਲਿਖਾਂਗੇ। ਹੁਣ ਸਾਰੇ ਗੁਣਾਂਕ ਲਿਖਦੇ ਹਾਂ। x ਦੀ ਘਾਤ 3 ਦਾ ਗੁਣਾਂਕ 1, x ਦੀ ਘਾਤ 2 ਦਾ ਗੁਣਾਂਕ 0, x ਦੀ ਘਾਤ 1 ਦਾ ਗੁਣਾਂਕ 2 ਅਤੇ ਜੋ ਸਾਡੀ ਕਾਂਸਟੈਂਟ ਟਰਮ ਭਾਵ x ਦੀ ਘਾਤ 0 ਦਾ ਗੁਣਾਂਕ 5 ਹੈ। ਹੁਣ ਇਹ ਸਾਰਾ ਕੁਝ ਇੱਕ ਨਾਲ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇਸ ਇੱਕ ਨੂੰ ਨੀਚੇ ਲਿਖਾਂਗੇ, ਉਪਰੰਤ ਦੋਹਾਂ ਨੂੰ ਗੁਣਾ ਕਰਾਂਗੇ। 1 ਗੁਣਾ 1 ਭਾਵ 1, 0 ਤੇ 1 ਨੂੰ ਜੋੜਾਂਗੇ ਭਾਵ ਫਿਰ 1, ਉਪਰੰਤ ਗੁਣਾ ਕਰਾਂਗੇ। 1 ਗੁਣਾ 1 बराबर 1, 2 ਤੇ 3 1 ਨੂੰ ਜੋੜਨ ਤੇ ਸਾਡੇ ਕੋਲ ਪ੍ਰਾਪਤ ਹੁੰਦਾ ਹੈ 3। ਇਸੇ ਤਰੀਕੇ ਨਾਲ ਗੁਣਾ ਕਰਨ ਤੇ 1 ਗੁਣਾ 3 ਬਰਾਬਰ 3, ਜੋੜਨ ਤੇ 5 ਜਮਾ 3 ਬਰਾਬਰ 8, ਜੋ ਕਿ ਸਾਡਾ ਬਾਕੀ ਬਚਿਆ ਹੈ। ਕਿਉਂਕਿ ਅਸੀਂ 3 ਘਾਤੀ ਬਹੁਪਦ ਨੂੰ 1 ਘਾਤੀ ਬਹੁਪਦ ਨਾਲ ਭਾਗ ਕੀਤਾ ਹੈ ਤਾਂ ਸਾਡਾ ਭਾਗਫਲ 2 ਘਾਤੀ ਬਚੇਗਾ, ਇਸ ਲਈ ਸਾਡੇ ਕੋਲ ਭਾਗਫਲ ਬਚਦਾ ਹੈ x ਦੀ ਘਾਤ 2 ਜਮਾ 1x ਜਮਾ 3। ਪਿਆਰੇ ਵਿਦਿਆਰਥੀਓ, ਹੁਣ ਅਸੀਂ 2 ਘਾਤੀ ਬਹੁਪਦ ਦੇ ਗੁਣਨਖੰਡ ਕਿਰਿਆ ਵਿਧੀ ਰਾਹੀਂ ਬਣਾਉਣੇ ਸਿੱਖਾਂਗੇ। ਗੁਣਨਖੰਡ ਦਾ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਗੁਣਨਖੰਡ ਦਾ ਭਾਵ ਹੈ ਗੁਣਨ, ਗੁਣਾ, ਖੰਡ, ਹਿੱਸੇ, ਉਹ ਹਿੱਸੇ ਜੋ ਆਪਸ ਦੇ ਵਿੱਚ ਗੁਣਾ ਹੋਣ। ਇੱਥੇ ਸਾਡੇ ਕੋਲ 2 ਘਾਤੀ ਬਹੁਪਦ ਹੈ, ਇਸ ਲਈ ਇਸ ਦੇ 2 ਅਜਿਹੇ ਹਿੱਸੇ ਬਣ ਸਕਦੇ ਨੇ ਜਿਹੜੇ ਆਪਸ ਦੇ ਵਿੱਚ ਗੁਣਾ ਹੋਣ ਤੇ ਉਹਨਾਂ ਨੂੰ ਗੁਣਾ ਕਰਨ ਤੋਂ ਬਾਅਦ ਸਾਡੇ ਕੋਲ ਫਿਰ ਤੋਂ ਇਹੀ ਜਿਹੜਾ ਬਹੁਪਦ ਹੈ ਉਹ ਪ੍ਰਾਪਤ ਹੋ ਜਾਏਗਾ। ਹੁਣ ਅਸੀਂ ਕਿਰਿਆ ਵਿਧੀ ਰਾਹੀਂ ਦੇਖਦੇ ਹਾਂ ਕਿ ਇਸ ਦੇ ਗੁਣਨਖੰਡ ਕਿਸ ਤਰ੍ਹਾਂ ਬਣਾਏ ਜਾ ਸਕਦੇ ਨੇ। ਜਗਰੂਪ ਸਰ ਤੁਹਾਨੂੰ ਦੱਸਣਗੇ ਕਿ ਗੁਣਨਖੰਡ ਕਿਵੇਂ ਬਣਨਗੇ। ਧੰਨਵਾਦ ਕਿਰਨ ਜੀ। ਪਿਆਰੇ ਵਿਦਿਆਰਥੀਓ, ਜਿਵੇਂ ਅਸੀਂ ਦੇਖਦੇ ਹਾਂ ਸਾਡੇ ਕੋਲ ਇੱਕ ਬਹੁਪਦ ਆ ਜਿਹਦੇ ਵਿੱਚ 3 ਪਦ ਨੇ। ਪਹਿਲਾ ਹੈਗਾ x², ਦੂਸਰਾ ਹੈ 5x ਅਤੇ ਤੀਸਰਾ ਹੈ 6। ਅਸੀਂ x² ਨੂੰ ਇੱਕ ਟੁਕੜੇ ਦੇ ਰੂਪ ਦੇ ਵਿੱਚ ਲਿਆ ਜਿਹਦੀਆਂ ਦੋਹੇ ਭੁਜਾਵਾਂ x ਨੇ। ਇਹ ਵਰਗਾਕਾਰ ਰੂਪ ਆ, ਪਹਿਲੀ ਵੀ x ਅਤੇ ਦੂਸਰੀ ਵੀ x। ਬਿਲਕੁਲ ਉਸੇ ਤਰੀਕੇ ਨਾਲ ਦੂਸਰਾ ਟੁਕੜਾ ਲਿਆ ਅਸੀਂ ਜੋ ਕਿ x ਨੂੰ ਰਿਪਰੈਜ਼ੈਂਟ ਕਰਦਾ ਹੈ, ਜਿਹਦੀ ਇੱਕ ਭੁਜਾ x ਅਤੇ ਇੱਕ ਭੁਜਾ 1 ਹੈ। ਇਹਦੇ ਅਸੀਂ ਟੁਕੜੇ ਲਏ ਨੇ 5, 1 2 3 4 ਅਤੇ 5। ਬਹੁਪਦ ਦਾ ਤੀਸਰਾ ਬਹੁਪਦ ਦੇਖਦੇ ਹਾਂ। ਤੀਸਰਾ ਪਦ ਹੈ 6। ਆ ਇੱਕ ਵਰਗ ਆ ਜਿਹਦੀਆਂ ਦੋਏ ਭੁਜਾਵਾਂ ਨੇ 1 ਅਤੇ 1। ਇਸ ਤਰ੍ਹਾਂ ਦੇ ਮੈਂ 6 ਟੁਕੜੇ ਲਏ ਹਨ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਹਨਾਂ ਟੁਕੜਿਆਂ ਨੂੰ ਇਸ ਤਰ੍ਹਾਂ ਤਰਤੀਬਬੱਧ ਕਰਾਂਗੇ ਤਾਂ ਕਿ ਸਾਡੇ ਕੋਲ ਇੱਕ ਆਇਤ ਜਾਂ ਵਰਗ ਬਣ ਜਾਵੇ। ਸੋ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਦਾ ਕਿ ਇਹਨੂੰ ਇੱਕ ਵਰਗ ਜਾਂ ਆਇਤ ਬਣਾ ਸਕਾਂ। ਤਾਂ ਵਿਦਿਆਰਥੀਓ, ਮੈਂ ਇਹ x ਦੇ ਟੁਕੜਿਆਂ ਨੂੰ ਪਹਿਲਾਂ ਲਗਾ ਲਵਾਂ। ਇਹ ਥੋੜੇ ਵੱਡੇ ਨੇ ਤਾਂ ਕਰਕੇ ਲਗਾਣੇ। ਲਓ ਜੀ,
ਹੁਣ ਮੈਂ ਕੋਸ਼ਿਸ਼ ਕਰਦਾ ਕਿ ਇੱਕ ਵਾਲੇ ਨੂੰ ਲਗਾ ਕੇ ਦੇਖਦਾ ਕਿ ਪਰ ਇਹ ਤਾਂ ਇੱਕ ਆਇਤ ਜਾਂ ਵਰਗ ਸਾਡੇ ਕੋਲ ਨਹੀਂ ਸਾਹਮਣੇ ਆਇਆ ਜੀ। ਬਿਲਕੁਲ ਦੁਬਾਰਾ ਫਿਰ ਕੋਸ਼ਿਸ਼ ਕਰਨੀ ਪਵੇਗੀ ਕਿ ਅਸੀਂ ਇੱਕ ਆਇਤ ਜਾਂ ਵਰਗ ਬਣਾ ਲਈਏ। ਹੁਣ ਇਸ ਲਈ ਕੀ ਕਰਨਾ ਹੋਏਗਾ? ਦੁਬਾਰਾ ਫਿਰ ਅਰੇਂਜ ਕਰਾਂਗੇ ਸਰ। ਇਹਨਾਂ ਨੂੰ ਇੱਧਰ ਰੱਖ ਕੇ ਦੇਖ ਲੈਂਦੇ ਆ, ਕੋਸ਼ਿਸ਼ ਕਰਦੇ ਆ ਫਿਰ ਜੇ ਹੁਣ ਬਣ ਜਾਵੇ। ਭਾਵ ਅਸੀਂ ਪਹਿਲਾਂ x ਵਾਲਾ x ਸਕੁਅਰ ਵਾਲਾ ਵੱਡਾ ਟੁਕੜਾ ਲਾਉਣਾ ਹੈ, ਫਿਰ x ਵਾਲੇ, ਫਿਰ ਯੂਨਿਟ ਵਾਲੇ ਜਿਹੜੇ ਟੁਕੜੇ ਨੇ ਉਹ ਅਰੇਂਜ ਕਰਨੇ ਨੇ। ਬਿਲਕੁਲ ਸਰ। ਵੱਡਾ ਟੁਕੜਾ ਪਹਿਲਾਂ ਲਗਾਉਣ ਦਾ ਸਾਡੇ ਕੋਲ ਬੈਨੀਫਿਟ ਇਹ ਹੁੰਦਾ ਕਿ ਸਾਡੇ ਕੋਲ ਛੋਟੇ ਟੁਕੜਿਆਂ ਲਈ ਜਗ੍ਹਾ ਮਿਲ ਜਾਂਦੀ ਹੈ। ਹਾਲੇ ਵੀ ਤੁਸੀਂ ਦੇਖਦੇ ਹੋ ਸਾਡੇ ਕੋਲ 2 ਟੁਕੜੇ ਬਚ ਗਏ, ਪੂਰਾ ਨਹੀਂ ਹੋਇਆ। ਤਾਂ ਦੁਬਾਰਾ ਫਿਰ ਕੋਸ਼ਿਸ਼ ਕਰਦੇ ਹਾਂ। ਐਵੇਂ ਵਾਰ-ਵਾਰ ਕੋਸ਼ਿਸ਼ ਕਰਨ ਤੇ ਸਾਨੂੰ ਇੱਕ ਸਥਿਤੀ ਐਸੀ ਮਿਲੇਗੀ ਜਦੋਂ ਇਹ ਟੁਕੜੇ ਪੂਰੀ ਤਰ੍ਹਾਂ ਇੱਕ ਵਰਗ ਜਾਂ ਆਇਤ ਦਾ ਰੂਪ ਲੈ ਲੈਣਗੇ। ਉਹ ਸਾਡੇ ਉਸ ਸਮੇਂ ਕੀ ਬਣਨਗੇ? ਗੁਣਨਖੰਡ। ਵਾਰ-ਵਾਰ ਯਤਨ ਕਰਨੇ ਪੈਣਗੇ ਇਸ ਵਾਸਤੇ ਸਾਨੂੰ। ਬਿਲਕੁਲ ਸਰ, ਬਿਲਕੁਲ। ਤਾਂ ਹੀ ਇਸ ਨੂੰ ਅਸੀਂ ਕਿਰਿਆ ਦਾ ਰੂਪ ਕਹਿੰਦੇ ਹਾਂ। ਹਾਂ ਬਿਲਕੁਲ ਬੱਚਿਓ। ਹੁਣ ਦੇਖਦੇ ਹਾਂ ਇਸ ਸਮੇਂ ਇਹ ਪੂਰਾ ਆਇਤਾਕਾਰ ਸਾਡੇ ਕੋਲ ਸਾਹਮਣੇ ਆ ਗਿਆ ਜੀ। ਇਸ ਦਾ ਆਕਾਰ ਆਇਤ ਵਰਗਾ ਹੈ। ਬੱਚੇ ਤੁਸੀਂ ਦੇਖ ਸਕਦੇ ਆ ਇਸ ਅਸੀਂ ਭੁਜਾ ਲਈ ਸੀ x ਤੇ ਸਰ ਪਲੀਜ਼ ਆਪਾਂ ਨਾਲ ਲਿਖ ਲਈਏ। ਥੈਂਕ ਯੂ। ਤੇ ਇਹਦੀ ਭੁਜਾ ਸੀਗੀ 1 1 ਜਮਾ 1 ਜਮਾ 1। ਤਿੰਨੇ ਚੀਜ਼ਾਂ ਜੋੜੀਆਂ ਨੇ ਵਿਦਿਆਰਥੀਓ, ਤਾਂ ਕਰਕੇ ਇਹ ਤਿੰਨੇ ਜੋੜ ਕੇ ਕਿੰਨਾ ਬਣ ਗਿਆ? 3। ਤਾਂ ਕੁੱਲ ਭੁਜਾ ਬਣ ਗਈ ਸਾਡੇ ਕੋਲ x ਜਮਾ 3। ਭਾਵ ਇਸ ਦੀ ਜਿਹੜੀ ਇੱਕ ਸਾਡੇ ਕੋਲ ਸਾਈਡ ਹੈ ਉਹ x ਜਮਾ 3 ਦੇ ਰੂਪ ਦੇ ਵਿੱਚ ਸਾਡੇ ਕੋਲ ਪ੍ਰਾਪਤ ਹੋਈ ਆ। ਬਿਲਕੁਲ ਜੀ। ਤੇ ਦੂਸਰਾ ਪਾਸਾ ਸਰ? ਉਵੇਂ ਦੂਸਰਾ ਪਾਸਾ ਦੇਖਦੇ ਹਾਂ। ਦੂਸਰਾ ਪਾਸਾ ਵੀ ਇਸ ਵਰਗ ਦਾ x ਆ ਅਤੇ ਇਹ ਟੁਕੜਿਆਂ ਦਾ ਹੈ ਇਕਾਈ 1 ਅਤੇ 1। ਸੋ ਅਸੀਂ ਇਹ ਵੀ ਜੋੜ ਕੇ ਦੇਖਦੇ ਹਾਂ x ਜਮਾ 1 ਜਮਾ 1 ਜਾਨੀ ਕਿ ਸਾਡੇ ਕੋਲ ਟੋਟਲ ਬਣ ਗਿਆ x ਜਮਾ 2। ਭਾਵ ਇਸ ਦਾ ਦੂਸਰਾ ਪਾਸਾ ਸਾਡੇ ਕੋਲ x ਜੋੜ 1 ਜੋੜ 1। ਭਾਵ ਇਸ ਦੀ ਚੌੜਾਈ ਸਾਡੇ ਕੋਲ x ਜੋੜ 2 ਦੇ ਰੂਪ ਦੇ ਵਿੱਚ ਪ੍ਰਾਪਤ ਹੋਈ ਹੈ। ਬਿਲਕੁਲ। ਇਸ ਤਰ੍ਹਾਂ ਇਸ ਦੇ ਜਿਹੜੇ ਗੁਣਨਖੰਡ ਹੈਗੇ ਨੇ, ਇਸ ਬਹੁਪਦ ਦੇ ਗੁਣਨਖੰਡ ਸਾਡੇ ਕੋਲ x ਜੋੜ 3 ਅਤੇ x ਜੋੜ 2 ਦੇ ਰੂਪ ਵਿੱਚ ਪ੍ਰਾਪਤ ਹੁੰਦੇ ਨੇ, ਜੋ ਕਿ ਅਸੀਂ ਇੱਕ ਕਿਰਿਆ ਵਿਧੀ ਰਾਹੀਂ ਪ੍ਰਾਪਤ ਕੀਤੇ ਹਨ। ਬਿਲਕੁਲ ਜੀ। ਹੁਣ ਅਸੀਂ ਇੱਕ ਅਜਿਹਾ ਬਹੁਪਦ ਲਿਆ ਹੈ ਜਿਸ ਦਾ ਮੱਧ ਪਦ ਸਾਡੇ ਕੋਲ ਰਿਣਾਤਮਕ ਸੰਖਿਆ ਦੇ ਰੂਪ ਵਿੱਚ ਹੈ। ਸਰ ਇਸ ਦੇ ਅਸੀਂ ਗੁਣਨਖੰਡ ਕਿਸ ਤਰ੍ਹਾਂ ਬਣਾ ਸਕਦੇ ਹਾਂ ਜੀ? ਬਿਲਕੁਲ ਜੀ, ਦੇਖਦੇ ਹਾਂ। ਬਿਲਕੁਲ ਉਸੇ ਤਰੀਕੇ ਨਾਲ ਅਸੀਂ ਪਹਿਲਾ ਪਦ ਸਾਡੇ ਕੋਲ ਹੈਗਾ x², ਉਹਨੂੰ ਅਸੀਂ x² ਲਿਆ। ਬਿਲਕੁਲ ਉਸੇ ਤਰੀਕੇ ਨਾਲ ਸਾਡੇ ਕੋਲ ਪਿਛਲੇ ਬਹੁਪਦ ਦੇ ਵਿੱਚ ਸਾਡੇ ਕੋਲ ਸੀ ਧਨਾਤਮਕ ਦੇ 5x, ਜਿਹਨੂੰ ਅਸੀਂ ਹਰੇ ਰੰਗ ਦੇ ਨਾਲ ਰਿਪਰੈਜ਼ੈਂਟ ਕੀਤਾ ਸੀ। ਇਸ ਵਾਰ ਇਹ ऋणात्मक माइनस ਦੇ ਨੇ, ਇਸ ਲਈ ਅਸੀਂ ਇਹਨਾਂ ਪਾਸਾ ਦੂਸਰਾ ਦੇਖਾਂਗੇ, ਉਹ ਨੀਲਾ ਰੱਖਿਆ ਹੈ ਜੋ ਕਿ ऋणात्मक ਰੂਪ ਨੂੰ ਪ੍ਰਗਟਾਉਂਦਾ ਹੈ। ਉਹੀ ਅਸੀਂ 5 ਸਟ੍ਰਿਪਸ ਲਈਆਂ ਨੇ, 5 ਟੁਕੜੇ ਨੇ ਜਿਹੜੇ -x ਦੇ ਰੂਪ ਦੇ ਵਿੱਚ ਹਨ। ਭਾਵ ਜਦੋਂ ਇਹ ਹਰੇ ਰੰਗ ਦਾ ਅਸੀਂ ਲਿਆ ਸੀ ਤਾਂ ਉਸ ਦਾ ਭਾਵ ਸੀ ਧਨਾਤਮਕ, ਜਦੋਂ ਅਸੀਂ ਨੀਲੇ ਰੰਗ ਦੇ ਵਿੱਚ ਇਸ ਨੂੰ ਲਿਆ ਹੈ ਤਾਂ ਇਸ ਦਾ ਭਾਵ ਹੈ ऋणात्मक। ਠੀਕ ਹੈ ਸਰ। ਉਵੇਂ ਤੀਸਰਾ ਪਦ ਹੈ ਸਾਡੇ ਕੋਲ 6, ਉਹਦੇ ਲਈ ਅਸੀਂ ਉਵੇਂ ਦੇ ਹੀ 6 ਟੁਕੜੇ ਲਏ ਹਨ ਜੀ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਇਹਨਾਂ ਨੂੰ ਫਿਰ ਉਸੇ ਤਰੀਕੇ ਨਾਲ ਅਰੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਆਪਾਂ ਸਾਰੇ ਦੇ ਸਾਰੇ ਟੁਕੜਿਆਂ ਨੂੰ ਇੱਕ ਪੂਰਨ ਵਰਗ ਜਾਂ ਪੂਰਨ ਆਇਤ ਦੇ ਰੂਪ ਚ ਦੇਖੀਏ। ਭਾਵ ਬਾਕੀ ਦੀ ਸਾਰੀ ਕਿਰਿਆ ਉਸੇ ਤਰ੍ਹਾਂ ਨਾਲ ਦੁਹਰਾਈ ਜਾਏਗੀ। ਬਿਲਕੁਲ ਸਰ। ਠੀਕ ਹੈ ਜੀ। ਕੀ ਤੁਸੀਂ ਮੇਰੀ ਮਦਦ ਕਰੋਗੇ? ਬਿਲਕੁਲ ਜੀ, ਬਿਲਕੁਲ ਸਰ। ਅਸੀਂ ਸ਼ੁਰੂ ਕਰਦੇ ਹਾਂ ਉਸੇ ਤਰੀਕੇ ਨਾਲ x² ਤੋਂ। ਤੇ ਆਹ ਦੇਖੋ ਸਰ ਕਿੱਥੇ ਇੱਕ ਲਗਾਈਏ ਆਪਾਂ। ਪਹਿਲਾਂ ਅਸੀਂ ਇਹਨਾਂ ਨੂੰ ਇਸ ਪਾਸੇ ਲਗਾ ਕੇ ਦੇਖ ਲੈਂਦੇ ਹਾਂ ਜੀ। ਬਿਲਕੁਲ। ਫਿਰ ਉਸੇ ਤਰੀਕੇ ਨਾਲ 6 ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। 1 2 3 4। ਸਾਰੇ ਵਿਦਿਆਰਥੀ ਦੇਖ ਸਕਦੇ ਹੋ ਕਿ ਇਸ ਵਾਰ ਵੀ ਬਿਲਕੁਲ ਇਹ ਕੋਈ ਆਇਤ ਜਾਂ ਵਰਗ ਨਹੀਂ ਬਣਿਆ। ਠੀਕ ਹੈ ਜੀ। ਤੇ ਫਿਰ ਉਸੇ ਤਰ੍ਹਾਂ ਕੋਸ਼ਿਸ਼ ਦੁਬਾਰਾ ਸ਼ੁਰੂ ਕਰਦੇ ਹਾਂ ਅਸੀਂ ਜੀ। ਇੱਥੇ ਇੱਕ ਪੱਟੀ ਚੱਕ ਕੇ x ਦੀ ਸਾਈਡ ਲਗਾਵਾਂਗੇ ਜੀ। ਇਹ x ਨੂੰ x ਨਾਲ ਲਗਾ ਕੇ ਹੀ ਇਹ ਕੰਮ ਜਿਹੜਾ ਸਿਰੇ ਚੜ ਸਕਦਾ ਜੀ। ਫਿਰ ਤੋਂ ਹੀ ਕਿਰਿਆ ਦੁਹਰਾਉਣੀ। ਸਾਡੇ ਕੋਲ 2 ਬਚਦੇ ਨੇ, ਕਿਰਿਆ ਨੂੰ ਹੋਰ ਅੱਗੇ ਦੁਹਰਾਈਏ ਜੀ।
ਸ਼ੁਰੂ ਕਰਦੇ ਹਾਂ ਅੱਗੇ, ਫਿਰ ਰੱਖਿਆ, ਅਰੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤਾਂ ਕਿ ਸਾਡੇ ਕੋਲ ਪੂਰਾ ਆਇਤ ਬਣ ਜਾਏ। ਬਿਲਕੁਲ ਜੀ, ਹੁਣ ਇੱਕ ਆਇਤ ਪੂਰਨ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਬਿਲਕੁਲ ਨਾਲ ਦੀ ਨਾਲ ਦੇ ਵਿੱਚ ਸਾਡੀਆਂ ਜਿਹੜੀਆਂ ਦੂਜੀਆਂ ਕਿਰਿਆਵਾਂ ਹੈਗੀਆਂ ਨੇ ਉਹ ਵੀ ਸਾਹਮਣੇ ਆ ਕਿ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਘਟਾਓ ਵਾਲੀ ਸੰਖਿਆ ਨਾਲ ਗੁਣਾ ਕਰੀਏ ਤਾਂ ਉਹ ਜੋੜ ਦੀ ਸੰਖਿਆ ਹੋ ਜਾਂਦੀ ਹੈ। ਬਿਲਕੁਲ ਜੀ, ਉਹ ਚੀਜ਼ਾਂ ਵੀ ਇੱਥੇ ਜਿਹੜੇ ਹੈਗੇ ਸਾਰੇ ਨਿਯਮ ਪੂਰੀ ਤਰ੍ਹਾਂ ਸਾਡੇ ਸਾਹਮਣੇ ਆਏ ਨੇ। ਲੱਗ ਜਾਂਦੇ ਨੇ। ਬਿਲਕੁਲ ਜੀ ਬਿਲਕੁਲ। ਹੁਣ ਇਹਦਾ ਸਾਡੇ ਕੋਲ ਕਿਹੜੇ ਬਣ ਗਏ ਜੀ ਗੁਣਖੰਡ? ਇਸ ਦੇ ਵਿੱਚ ਫਿਰ ਬੱਚਿਓ ਆਪਾਂ ਦੇਖਾਂਗੇ ਉਸੇ ਤਰੀਕੇ ਨਾਲ ਇਧਰਲੀ ਭੁਜਾ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ। ਇਧਰਲੀ ਸਾਈਡ ਆ ਗਿਆ ਸਾਡੇ ਕੋਲ x ਜੀ, ਆਹ ਭੁਜਾ ਸਾਡੇ ਕੋਲ x ਹੋ ਗਈ। ਫਿਰ ਆਹ ਤਿੰਨ ਸਾਡੇ ਕੋਲ ਘਟਾਓ ਦੀਆਂ ਇਕਾਈਆਂ ਨੇ, ਭਾਵ ਸਾਡੇ ਕੋਲ ਘਟਾਓ 1 ਇਹ ਹੋ ਗਿਆ, ਘਟਾਓ 1 ਇਹ ਹੋ ਗਿਆ ਤੇ ਘਟਾਓ 1 ਇਹ ਹੋ ਗਿਆ। ਭਾਵ ਇਹ ਸਾਰੇ ਘਟਾਓ ਦੇ ਤਿੰਨ ਹੋ ਗਏ ਨੇ। ਤਿੰਨ ಋਣਾਤਮਕ ਸਾਡੇ ਕੋਲ ਆ ਗਏ ਨੇ। ਦੇਖੋ ਉਸ ਤਰੀਕੇ ਨਾਲ ਪੂਰੀ ਇਹ ਭੁਜਾ ਸਾਡੇ ਕੋਲ ਬਣ ਗਈ ਆ। ਜੀ x ਘਟਾਓ 3 ਇੱਕ ਪਾਸਾ ਸਾਡੇ ਕੋਲ ਆ ਗਿਆ ਜੀ ਇਹਦਾ x ਘਟਾਓ 3। ਜੀ। ਉਵੇਂ ਹੀ ਦੂਸਰੇ ਪਾਸੇ ਨੂੰ ਦੇਖਦੇ ਹਾਂ। ਆਹ ਭੁਜਾ ਸਾਡੇ ਕੋਲ x ਜੀ ਸੇਮ ਆ ਟੁਕੜਾ ਘਟਾਓ ਦਾ 1, ਅਗਲਾ ਵੀ ਘਟਾਓ ਦਾ 1, ਤਾਂ ਕੁੱਲ ਸਾਡੇ ਕੋਲ ਬਣ ਗਿਆ ਤੇਰੇ ਵਿੱਚ ਬੱਚਿਓ ਇਹ x -1 ਯਾਨੀ ਕਿ x - 2। ਠੀਕ ਹੈ ਜੀ। ਇਸ ਤਰ੍ਹਾਂ ਇਸ ਬਹੁਪਦ ਦੇ ਗੁਣਖੰਡ ਸਾਡੇ ਕੋਲ x ਘਟਾਓ 3 ਅਤੇ x ਘਟਾਓ 2 ਅਸੀਂ ਕਿਰਿਆ ਰੂਪ ਦੇ ਵਿੱਚ ਕਰਕੇ ਦੇਖੇ ਹਨ। ਬਿਲਕੁਲ ਜੀ।